ਲੋ ਐਂਡ ਆਰਡਰ ਦੀ ਸਮੱਸਿਆ ਇਕੱਲੀ ਮੋਗੇ ਦੀ ਨਹੀਂ, ਇਹ ਕੁੱਲ ਪੰਜਾਬ ਦੀ ਇਸ ਵੇਲੇ ਸਮੱਸਿਆ ਬਣੀ ਪਈ ਹੈ। ਆਪਾਂ ਪਿਛਲੇ ਦਿਨਾਂ 'ਚ ਵੀ ਦੇਖਿਆ ਸਮੱਸਿਆ ਦੀ ਜਿਹੜੀ ਜੜ ਹੈਗੀ ਆ। ਗੱਲ ਤਾਂ ਇੱਥੇ ਆ ਵੀ ਆਪਾਂ ਨੂੰ ਉੱਥੇ ਤਾਈਂ ਪਹੁੰਚ ਕੇ ਜਿੰਨੀ ਦੇਰ ਤੱਕ ਉਹਦੇ 'ਤੇ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਸਮੱਸਿਆਵਾਂ ਉਵੇਂ ਦੀਆਂ ਉਵੇਂ ਰਹਿੰਦੀਆਂ। ਸੋ ਇਹਦੀ ਜੜ ਜਿਹੜੀ ਮੇਨ ਹੈਗੀ ਆ, ਜਿਹੜਾ ਤੁਸੀਂ ਲੋ ਐਂਡ ਆਰਡਰ ਦੀ ਗੱਲ ਕਰਦੇ ਆ, ਮੇਨ ਇਹਦੀ ਜੜ ਮੈਨੂੰ ਲੱਗਦਾ ਵੀ ਨਸ਼ੇ ਹੀ ਆ। ਕਿਉਂਕਿ ਇੰਨਾ ਜ਼ਿਆਦਾ ਨਸ਼ਾ ਵੱਧ ਗਿਆ, ਬੱਚਿਆਂ ਨੂੰ ਜਾਂ ਨਸ਼ੇੜੀ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਿਹਦੇ 'ਤੇ ਕੀ ਹਮਲਾ ਕਰਤਾ, ਕਿਹਦੇ ਨਾਲ ਕੀ ਕਰਤਾ। ਆਪਣੀ ਮਾਂ ਨੂੰ ਦਾਤ ਲੈ ਕੇ ਵੱਢ ਦੇਣਾ ਇੱਕ ਆਮ ਸਧਾਰਨ ਬੰਦੇ ਦਾ ਵਰਤਾਰਾ ਨਹੀਂ ਹੋ ਸਕਦਾ। ਪਰ ਇਸ ਗੱਲ ਦੇ ਉੱਤੇ ਅੱਜ ਵੀ ਜਿਹੜੀਆਂ ਸਰਕਾਰਾਂ ਵਾਅਦੇ ਕਰਕੇ ਆਈਆਂ ਸੀ, ਉਹ ਅਜੇ ਉਸ ਪਾਸੇ ਨੂੰ ਕੰਮ ਹੋ ਨਹੀਂ ਰਿਹਾ। ਕੰਮ ਦੀ ਜਿਹੜੀ ਤਰਜੀਹ ਹੈਗੀ ਆ ਉਹ ਹੋਰ ਪਾਸੇ ਨੂੰ ਤੁਰੀ ਵੀ ਆ। ਬਦਲਾਅ ਵਾਲੀ ਗੱਲ ਬਦਲਾਖੋਰੀ 'ਚ ਬਦਲ ਗਈ। ਸੋ ਆ ਮੈਂ ਦੇਖ ਰਿਹਾ ਕਿ ਪਿਛਲੇ ਕੁਛ ਦਿਨਾਂ ਤੋਂ ਜਿਹੜੀਆਂ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ, ਮੈਨੂੰ ਵੀ ਇਹ ਲੱਗਦਾ, ਮੈਂ ਆਮ ਤੌਰ 'ਤੇ ਡਿਬੇਟਸ ਦੇਖਦਾ ਜਾਂ ਬੁੱਕਸ ਪੜ੍ਹਦਾ, ਤਾਂ ਮੈਨੂੰ ਵੀ ਇਹ ਲੱਗਦਾ ਕਿ ਇਹ ਜਿਹੜਾ ਨਸ਼ਾ ਆ, ਇਹਦਾ ਜੇ ਆਪਾਂ ਕੋਈ ਇਲਾਜ ਕੱਢੀਏ ਤਾਂ ਇਹਦਾ ਇਲਾਜ ਇਹ ਨਹੀਂ ਹੈਗਾ ਵੀ ਆਪਾਂ ਕੋਈ ਕਾਨੂੰਨ ਸਖਤ ਬਣਾ ਦਈਏ, ਉਹਦੇ 'ਤੇ ਸਮਗਲਰ ਅੰਦਰ ਦੇ ਦਈਏ, ਉਹਨਾਂ ਦੀਆਂ ਜਾਇਦਾਦਾਂ ਟੈਗ ਕਰ ਦਈਏ। ਇੱਕ ਵੱਖਰਾ ਵਿਸ਼ਾ, ਇੱਕ ਵੱਖਰੀ ਤਰ੍ਹਾਂ ਦਾ ਹੱਲ ਆ। ਪਰ ਹਰ ਚੀਜ਼ ਦਾ ਜਿਹੜਾ ਹੱਲ ਆ ਉਹ ਮੇਰਾ ਖਿਆਲ ਖਾਸ ਤੌਰ 'ਤੇ ਨਸ਼ੇ ਦਾ ਸਮਾਜਿਕ ਦਾਇਰੇ ਤੋਂ ਸ਼ੁਰੂ ਕਰਨਾ ਪੈਣਾ। ਆਪਾਂ ਨੂੰ ਸਮਾਜ ਦੇ ਵਿੱਚ ਚੇਤਨਤਾ ਲਿਆਉਣੀ ਪੈਣੀ ਆ। ਉਹ ਲੋਕ ਜਿਹੜੇ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਪਏ ਆ, ਉਹਨਾਂ ਦੀ ਸਰਕਾਰ ਨੂੰ ਸਹਾਇਤਾ ਕਰਨੀ ਪੈਣੀ ਆ ਤਾਂ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ, ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ, ਨਸ਼ਿਆਂ ਤੋਂ ਜਾਂ ਨਸ਼ਿਆਂ ਨੂੰ ਛੱਡਣ ਤੋਂ ਕਿਵੇਂ ਅਵੇਅਰ ਕਰਨਾ ਔਰ ਇਹਨੂੰ ਕਿਸ ਤਰੀਕੇ ਨਾਲ ਛੱਡਣਾ। ਸੋ ਇਹ ਕੰਮ ਜਦੋਂ ਤੱਕ ਸਮਾਜ ਇਹਦੇ ਵਾਸਤੇ ਨਹੀਂ ਉੱਠਦਾ ਅਤੇ ਫਿਰ ਉਨੀ ਦੇਰ ਤੱਕ ਜੇ ਆਪਾਂ ਕੋਈ ਸਖਤੀਆਂ ਜਾਂ ਕਾਨੂੰਨ ਇੱਦਾਂ ਦੇ ਬਣਾਈ ਚੱਲੀਏ, ਮੈਨੂੰ ਲੱਗਦਾ ਉਹ ਇਕੱਲੇ ਕਾਨੂੰਨ ਸਖਤ ਬਣਾਉਣੇ ਜਾਂ ਪੁਲਿਸ ਵੱਲੋਂ ਫੜ ਲੈਣਾ ਇਹ ਇਕੱਲਾ ਸਫੀਸ਼ੈਂਟ ਨਹੀਂ। ਪਰ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਜਿਹੜਾ ਵਰਤਾਰਾ ਹੈਗਾ, ਉਹ ਜਿੱਥੇ ਸਮਾਜਿਕ ਜਥੇਬੰਦੀਆਂ ਨੂੰ ਹੌਸਲਾ ਦੇਣ ਦੀ, ਉਹਨਾਂ ਨੂੰ ਨਾਲ ਤੋਰਨ ਦੀ, ਪੁਲਿਸ ਨੂੰ, ਪ੍ਰਸ਼ਾਸਨ ਨੂੰ ਉਹਨਾਂ ਤੋਂ ਕੰਮ ਲੈ ਕੇ ਉਹਨਾਂ ਦੀ ਜਿਹੜੀ ਚੱਲਦੀ ਮੁਹਿੰਮ ਨੂੰ ਥਾਪੀ ਦੇ ਕੇ ਫਿਰ ਲੋਕਾਂ ਨੂੰ ਨਾਲ ਜੋੜ ਕੇ ਨਸ਼ੇੜੀਆਂ ਨੂੰ ਕਿਸ ਤਰੀਕੇ ਨਾਲ ਨਸ਼ਾ ਛੱਡਣ ਵਾਸਤੇ ਮਜਬੂਰ ਨਾਲ ਪ੍ਰੇਰਿਤ ਕਰਨਾ, ਤੋ ਇਹਦੇ 'ਤੇ ਕੰਮ ਹੋ ਨਹੀਂ ਰਿਹਾ। ਪਿਛਲੇ ਦਿਨੀ ਮੈਂ ਦੇਖਿਆ ਕਿ ਉਹ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਬੜਾ ਉਦਮੀ ਨੌਜਵਾਨ ਪਰਮਿੰਦਰ ਸਿੰਘ ਝੋਟਾ ਕਹਿੰਦੇ ਉਹਨੂੰ, ਠੀਕ ਹੈ ਉਹਦਾ ਵੀ ਵਰਤਾਰਾ ਸਹੀ ਨਹੀਂ ਹੋਊਗਾ, ਪਰ ਮੈਂ ਤਾਂ ਬੀਇੰਗ ਡਾਕਟਰ ਮੈਨੂੰ ਇੰਨਾ ਪਤਾ ਵੀ ਨਸ਼ੇ ਛੱਡਣ ਵਾਲੇ ਸੈਂਟਰਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਆਪ ਦੇ ਬੱਚੇ ਨਸ਼ੇ ਕਰਨ ਲੱਗ ਪੈਂਦੇ, ਉਹ ਸਾਰੇ ਤਰੀਕੇ ਵਰਤਣੇ ਪੈਂਦੇ ਆ। ਪਿਆਰ ਵੀ ਕਰਨਾ ਪੈਂਦਾ, ਝਿੜਕਣਾ ਵੀ ਪੈਂਦਾ, ਘੂਰਨਾ ਵੀ ਪੈਂਦਾ। ਜਿਹੜੇ ਨਸ਼ਾ ਛਡਾਊ ਕੇਂਦਰ ਆ ਉਹਦੇ ਵਿੱਚ ਤਾਂ ਕਈ ਵਾਰੀ ਸ਼ਿਕਾਇਤਾਂ ਇਹ ਆਉਂਦੀਆਂ ਵੀ ਉੱਥੇ ਕੁੱਟਿਆ ਗਿਆ। ਉਹ ਕੋਈ ਸ਼ੌਕ ਨਾਲ ਤਾਂ ਕੁੱਟਦਾ ਨਹੀਂ, ਕਿਹੜਾ ਕੋਈ ਪਰਸਨਲ ਕਿਸੇ ਨਾਲ ਕੋਈ ਦੁਸ਼ਮਣੀ ਹੁੰਦੀ ਹੈ। ਨਸ਼ਾ ਛਡਾਉਣ ਲੱਗਿਆ ਉਹ ਜਦੋਂ ਜ਼ਿਆਦਾ ਇੱਦਾਂ ਦੀਆਂ ਹਰਕਤਾਂ ਕਰਦੇ ਤਾਂ ਹੋ ਸਕਦਾ ਕਿਤੇ ਕੋਈ ਇਹ ਵੀ। ਪਰ ਮੈਂ ਸਮਝਦਾ ਕਿ ਜਿਹੜੇ ਬੰਦੇ, ਜਿਹੜੇ ਉਦਮੀ, ਜਿਹੜੇ ਸਮਾਜ ਸੇਵੀ ਇਸ ਕੰਮ 'ਚ ਲੱਗੇ ਹੋਏ ਆ, ਜੇ ਉਹ ਕਿਸੇ ਗਲਤ ਤਰੀਕੇ ਦਾ ਵੀ ਵਰਤੋਂ ਕਰ ਰਿਹਾ, ਕੋਈ ਗਲਤ ਬੋਲ ਰਿਹਾ, ਕੋਈ ਗਲਤ ਢੰਗ ਨਾਲ ਪੇਸ਼ ਆ ਰਿਹਾ ਨਸ਼ੇੜੀਆਂ ਨਾਲ, ਤਾਂ ਉਹਦੇ ਨਾਲ ਵੀ ਪ੍ਰਸ਼ਾਸਨ ਨੂੰ, ਪੁਲਿਸ ਨੂੰ ਬਹਿ ਕੇ ਕਾਉਂਸਲਿੰਗ ਕਰ ਲੈਣੀ ਚਾਹੀਦੀ। ਕੰਮ ਤਾਂ ਬੇਸਿਕਲੀ ਉਹ ਸਰਕਾਰ ਦਾ, ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਹੀ ਕਰ ਰਿਹਾ, ਉਹਦਾ ਪਰਸਨਲ ਤਾਂ ਕੋਈ ਮੁਹਤਾਜ ਨਹੀਂ। ਜਿਹੜੇ ਬੱਚਿਆਂ ਨੂੰ ਉਹ ਨਸ਼ਾ ਛਡਾ ਰਿਹਾ ਉਹਨਾਂ ਨਾਲ ਉਹਦਾ ਪਰਸਨਲ ਦਾ ਕੋਈ ਸੰਬੰਧ ਨਹੀਂ। ਸੋ ਇਹ ਚੀਜ਼ਾਂ ਦੇ ਉੱਤੇ ਜਿੰਨੀ ਦੇਰ ਤੱਕ ਕੰਮ ਨਹੀਂ ਹੁੰਦਾ ਉਨੀ ਦੇਰ ਤੱਕ ਮੈਂ ਸਮਝਦਾ ਕਿ ਨਸ਼ੇ ਨਹੀਂ ਬੰਦ ਹੋਣੇ। ਔਰ ਜਦੋਂ ਤੱਕ ਨਸ਼ੇ ਨਹੀਂ ਬੰਦ ਹੁੰਦੇ, ਪ੍ਰਾਇਮਰੀ ਕਾਜ਼ ਜਿਹੜਾ ਲਾਅ ਐਂਡ ਆਰਡਰ ਵਿਗੜਨ ਦਾ ਉਹ ਇਹ ਹੈ, ਉਨੀ ਦੇਰ ਤੱਕ ਇਹ ਕਾਨੂੰਨ ਵਿਵਸਥਾ ਜਿਹੜੀ ਠੀਕ ਨਹੀਂ ਹੋਣੀ। ਅੱਜ ਜਦੋਂ ਇੱਕ ਬੰਦਾ ਕਾਨੂੰਨ ਨੂੰ ਤੋੜਦਾ ਅਤੇ ਉਹਦੇ 'ਤੇ ਪ੍ਰੋਪਰ ਕਾਰਵਾਈ ਨਹੀਂ ਹੁੰਦੀ ਜਾਂ ਜਿਹੜਾ ਜਸਟਿਸ ਹੈਗਾ ਉਹ ਡਿਲੇ ਹੋ ਜਾਂਦਾ, ਤਾਂ ਉਹਦੇ ਨਾਲ ਦੂਜਿਆਂ ਦਾ ਜਿਹੜਾ ਹੌਸਲਾ ਵੱਧਦਾ। ਮੈਂ ਪਹਿਲਾਂ ਇਹੀ ਗੱਲ ਕੀਤੀ ਹੈ ਕਿ ਉਹ ਬੰਦੇ ਜਿਹੜੇ ਇਸ ਸਮਾਜ ਨੂੰ ਸੁਧਾਰਨ ਵਾਸਤੇ ਘਰੋਂ ਨਿਕਲੇ ਹੋਏ ਆ,
ਜੇ ਉਹਨਾਂ ਦੇ ਢੰਗ ਤਰੀਕਿਆਂ ਦੇ ਵਿੱਚ ਪੁਲਿਸ ਨੂੰ ਪ੍ਰਸ਼ਾਸਨ ਨੂੰ ਕੋਈ ਕਮੀ ਲੱਗਦੀ ਹੈ ਤਾਂ ਮੇਰੇ ਖਿਆਲ ਕਿ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਵੀ ਮੀਟਿੰਗ ਕਰਕੇ ਕਾਉਂਸਲਿੰਗ ਕਰਨੀ ਚਾਹੀਦੀ ਹੈ ਕਿ ਇਹਨੂੰ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ ਹੈਂਡਲ ਕਰੋ। ਅਦਰਵਾਈਜ਼ ਜੇ ਆਪਾਂ ਕਹੀਏ ਵੀ ਇਕੱਲੇ ਕਾਨੂੰਨ ਬਣਾ ਕੇ ਇਕੱਲੇ ਪੁਲਿਸ ਦੁਆਰਾ ਇਕੱਲੇ ਸਖਤੀ ਨਾਲ ਆਪਾਂ ਕੋਈ ਨਸ਼ੇ ਛੁਡਾ ਲਾਂਗੇ ਜਾਂ ਆਪਾਂ ਲੋਕਾਂ ਨੂੰ ਜਾਂ ਬੱਚਿਆਂ ਨੂੰ ਸਹੀ ਰਾਹ 'ਤੇ ਤੋਰ ਲਾਂਗੇ ਤਾਂ ਉਹਦਾ ਘਰੇ ਵੀ ਇੱਕ ਦੋ ਬੱਚੇ ਆ, ਉਹਨਾਂ ਨੂੰ ਸੁਧਾਰਨ ਵਾਸਤੇ ਵੀ ਮਾਂ ਪਿਓ ਨੂੰ ਸਾਰੇ ਹੀ ਤਰੀਕੇ ਵਰਤਣੇ ਪੈਂਦੇ, ਘੂਰਨੇ ਵੀ ਪੈਂਦੇ ਆ, ਪਲੋਸਣੇ ਵੀ ਪੈਂਦੇ ਆ। ਸੋ ਇਹੀ ਤਰੀਕਾ ਆ। ਸੋ ਇਹ ਜਿਹੜੇ ਲੋਕ ਆਪਣੇ ਘਰਾਂ 'ਚੋਂ ਲੋਕਾਂ ਦੇ ਘਰਾਂ ਨੂੰ ਸੁਧਾਰਨ ਵਾਸਤੇ ਨਿਕਲੇ ਹੋਏ ਆ, ਉਹਨਾਂ ਨੂੰ ਜੇ ਕਾਨੂੰਨ ਸਖਤੀ ਦੇ ਨਾਲ ਰੋਕਣ ਜਾਂ ਠੱਲਣ ਦੀ ਕੋਸ਼ਿਸ਼ ਕਰੂਗਾ, ਪਰਚੇ ਦੇ ਕੇ ਅੰਦਰ ਕਰਨ ਦੀ ਕੋਸ਼ਿਸ਼ ਕਰੂਗਾ, ਤਾਂ ਮੈਨੂੰ ਲੱਗਦਾ ਜੇ ਕੋਈ ਬੰਦਾ ਸਮਾਜ ਨੂੰ ਸੁਧਾਰਨ ਵਾਸਤੇ ਬੀੜਾ ਵੀ ਚੁੱਕਦਾ ਤੇ ਉਹ ਮੁੜ ਕੇ ਇਸ ਗੱਲ ਤੋਂ ਨਿਰਾਸ਼ ਹੋ ਕੇ ਘਰੇ ਬਹਿ ਜਾਊਗਾ ਵੀ ਚੱਲ ਹੋ ਆਪਾਂ ਨੂੰ ਕੀ, ਆਪਾਂ ਆਪਣੇ 'ਤੇ ਥੋੜ੍ਹੀ ਪਰਚਾ ਕਰਾਉਣਾ। ਤੋ ਇੱਥੇ ਮੈਨੂੰ ਲੱਗਦਾ ਵੀ ਕਮੀ ਰਹੀ ਆ ਉਸ ਪੁਲਿਸ ਦੀ, ਪ੍ਰਸ਼ਾਸਨ ਦੀ, ਕਿਹਨਾਂ ਹਾਲਾਤਾਂ 'ਚ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ। ਆਮ ਤੌਰ 'ਤੇ ਕੰਪਲੇਂਟਸ ਇਹ ਵੀ ਮਿਲਦੀਆਂ ਕਿ ਜਿਹੜੇ ਲੋਕ ਨਸ਼ੇ ਦੀ ਬਾਬਤ ਇਤਲਾਹ ਦਿੰਦੇ ਆ ਪੁਲਿਸ ਨੂੰ, ਉਹ ਜਿਨ੍ਹਾਂ ਦੀ ਇਤਲਾਹ ਦਿੱਤੀ ਹੁੰਦੀ ਉਹਨਾਂ ਨੂੰ ਪਹਿਲਾਂ ਹੀ ਇਤਲਾਹ ਮਿਲ ਗਈ ਹੁੰਦੀ ਹੈ ਅਤੇ ਫਿਰ ਉਹ ਜਿਹੜੇ ਨਸ਼ੇੜੀ ਆ ਜਾਂ ਜਿਹੜੇ ਕੋਈ ਮਾੜੇ ਅਨਸਰ ਆ ਉਹ ਉਹਨਾਂ ਦੇ ਦੁਆਲੇ ਹੀ ਹੋ ਜਾਂਦੇ ਆ ਵੀ ਤੁਸੀਂ ਸਾਡੇ ਬਾਰੇ ਕਿਉਂ ਪੁਲਿਸ ਨੂੰ ਦੱਸਿਆ ਜਾਂ ਕੰਪਲੇਂਟ ਕੀਤੀ। ਇਹ ਸਾਰੀਆਂ ਚੀਜ਼ਾਂ 'ਤੇ ਜਦੋਂ ਤੱਕ ਉਹ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਨਸ਼ੇ ਅਤੇ ਲਾਅ ਐਂਡ ਆਰਡਰ ਜਿਹੜਾ ਆ ਉਹ ਪੰਜਾਬ ਦਾ ਸੁਧਰ ਨਹੀਂ ਸਕਦਾ। ਸਭ ਤੋਂ ਪਹਿਲਾਂ ਸਾਨੂੰ ਆਪਣੇ ਢੰਗ ਤਰੀਕੇ ਜਿਹੜੇ ਹੈਗੇ ਆ ਉਹਨਾਂ ਨੂੰ ਬਦਲਣਾ ਵੀ ਪਊਗਾ, ਉਹਨਾਂ ਨੂੰ ਸੁਧਾਰਨਾ ਵੀ ਪਊਗਾ, ਕਿਉਂਕਿ ਇਹ ਬੱਚੇ ਜਿਹੜੇ ਨਸ਼ੇ ਕਰਦੇ ਆ ਇਹ ਮੇਰੇ ਜਾਂ ਤੁਹਾਡੇ ਨਹੀਂ, ਇਹ ਕਿਸੇ ਪੁਲਿਸ ਜਾਂ ਪ੍ਰਸ਼ਾਸਨ ਵਾਲੇ ਦੇ ਵੀ ਹੋ ਸਕਦੇ ਆ। ਅਸਲ ਦੇ ਵਿੱਚ ਜਿਹੜੀ ਵਿਲ ਪਾਵਰ ਹੁੰਦੀ ਹੈ ਨਾ, ਉਹ ਸਟਰੋਂਗ ਹੋਣੀ ਚਾਹੀਦੀ ਕਿਸੇ ਵੀ ਕੰਮ ਨੂੰ ਕਰਾਉਣ ਲਈ। ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਤੁਹਾਨੂੰ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ, ਇੱਕ ਤੁਹਾਡੀ ਨੀਅਤ ਅਤੇ ਦੂਜੀ ਨੀਤੀ। ਜਦੋਂ ਇਹਨਾਂ ਦੋਨਾਂ ਚੀਜ਼ਾਂ ਦਾ ਸੁਮੇਲ ਹੁੰਦਾ ਤਾਂ ਹੀ ਜਾ ਕੇ ਕੋਈ ਤੀਜਾ ਜਿਹੜਾ ਕੰਮ ਆ ਉਹ ਨੇਪਰੇ ਚੜ੍ਹਦਾ। ਸੋ ਇਸ ਕਰਕੇ ਨਾ ਤਾਂ ਕੋਈ ਨੀਤੀ ਹੈਗੀ ਆ ਡਿਵੈਲਪਮੈਂਟ ਵਾਸਤੇ, ਨਾ ਕੋਈ ਨੀਅਤ ਹੈਗੀ ਆ। ਸੋ ਮੈਂ ਪਿਛਲੇ ਆਪਣੇ ਕਾਰਜਕਾਲ ਦੌਰਾਨ ਮੋਗੇ ਦੀ ਖੂਬਸੂਰਤੀ ਵਾਸਤੇ ਜਿੰਨੇ ਕੁ ਯਤਨ ਕੀਤੇ ਸੀ, ਤੁਸੀਂ ਦੇਖਿਆ ਬਾਜ਼ਾਰ 'ਚੋਂ ਜਿੰਨੇ ਪੋਲ ਸੀਗੇ ਉਹਨਾਂ ਦੇ ਉੱਤੇ ਸਪਾਇਰਲ ਲਾਈਟਾਂ ਲੱਗੀਆਂ ਸੀ, ਉਹਨਾਂ ਦੇ ਉੱਤੇ ਉਹ ਬੂਟਿਆਂ ਦੇ ਗਮਲੇ ਟੰਗੇ ਹੋਏ ਸੀ, ਜਾਂ ਜਿਹੜੇ ਮੋਗੇ ਦੇ ਐਂਟਰੀ ਪੁਆਇੰਟਸ ਹੈ ਉੱਥੇ ਇੰਨੇ ਸੋਹਣੇ ਸੋਹਣੇ ਮੋਨੂਮੈਂਟਸ ਬਣਾਏ, ਆਈ ਲਵ ਮੋਗਾ, ਅਤੇ ਦੂਜੇ ਪਾਸੇ ਕਿਤੇ ਮਹਿਲਾਂ ਦਾ ਸਸ਼ਕਤੀਕਰਨ ਵੂਮਨ ਅਤੇ ਐਂਟਰਪ੍ਰੀਨਿਓਰਸ਼ਿਪ, ਕਿਤੇ ਖਿਡਾਰੀਆਂ ਦਾ, ਕਿਤੇ ਨੌਜਵਾਨਾਂ ਦਾ, ਇੱਕ ਪਾਸੇ ਜੈਜਵਾਨ ਉਹ ਸਾਰਿਆਂ ਦੇ ਤੁਸੀਂ ਅੱਜ ਜਾ ਕੇ ਦੇਖੋ ਉੱਥੇ ਜਿਹੜੇ ਪੱਥਰ ਲੱਗਿਆ ਸੀਗਾ, ਸਟੀਲ ਦੀਆਂ ਪਲੇਟਾਂ ਲੱਗੀਆਂ ਸੀ ਉਦਘਾਟਨੀ, ਉਹ ਵੀ ਲਾ ਕੇ ਕਿਸੇ ਨੇ ਨਹੀਂ, ਮੈਂ ਸਿੱਧਾ ਨਾਂ ਨਹੀਂ ਲੈਣਾ, ਪਰ ਉੱਥੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਮੈਂ ਆਪਣੇ ਵੱਲੋਂ ਕਾਰਵਾਈ ਕਰਨ ਲਈ ਲਿਖ ਵੀ ਚੁੱਕਿਆ, ਅਤੇ ਨਹੀਂ ਤਾਂ ਫਿਰ ਮੈਂ ਕੋਰਟ 'ਚ ਵੀ ਇਹਦੇ ਬਾਰੇ ਜਾਊਂਗਾ। ਇਹ ਕੋਈ ਜਿੰਨੇ ਵੀ ਕਿਸੇ ਸਮੇਂ ਦੇ ਦੌਰਾਨ ਕੋਈ ਕੰਮ ਕੀਤੇ ਜਾਂਦੇ ਆ ਉਹ ਉਸ ਬੰਦੇ ਦੇ ਨਹੀਂ ਹੁੰਦੇ, ਉਸ ਸਰਕਾਰ ਦੇ ਹੁੰਦੇ ਆ, ਅਤੇ ਸਰਕਾਰ ਦੇ ਕੰਮਾਂ ਨੂੰ ਭੰਨ ਤੋੜ ਕਰਨੀ ਇਹ ਨਜਾਇਜ਼ ਹੁੰਦੀ ਆ। ਸੋ ਉਹਦੇ ਤੋਂ ਇਲਾਵਾ ਉਹ ਇੰਨੇ ਸੋਹਣੇ ਬਣੇ ਸੀਗੇ, ਤੁਸੀਂ ਜੇ ਉਹਦੇ ਉੱਤੇ ਕੋਈ ਮੋਗੇ ਨੂੰ ਸਵੱਛ ਰੱਖਣ ਲਈ ਲਿਖਣਾ, ਸਾਈਡ 'ਤੇ ਬੋਰਡ ਵੀ ਲਾਇਆ ਜਾ ਸਕਦਾ ਸੀ। ਅਸੀਂ ਇੰਨੇ ਸੋਹਣੇ ਮਹਿੰਗੇ ਪੱਥਰ ਲਾਏ, ਲੋਕਾਂ ਨੇ ਉਹਨੂੰ ਸੈਲਫੀ ਪੁਆਇੰਟ ਵਾਂਗੂ ਮੰਨਿਆ, ਔਰ ਕਹਿੰਦੇ ਹੁੰਦੇ ਕਿ ਘਰ ਦੇ ਭਾਗ ਡਿਓੜੀ ਤੋਂ ਪਤਾ ਲੱਗ ਜਾਂਦੇ। ਉਹ ਵੜਨ ਵਾਲੇ ਪੁਆਇੰਟ ਜਿਹਨੇ ਮੋਗੇ ਦੇ ਵਿੱਚ ਵੜਨ ਵਾਲਿਆਂ ਨੂੰ ਖੂਬਸੂਰਤੀ ਦੇਣੀ ਸੀ, ਉੱਥੇ ਚਿੱਟੇ ਰੰਗ ਨਾਲ ਭੈੜੇ ਜਿਹੇ ਅੱਖਰ ਪਾ ਕੇ ਕਿਸੇ ਨੇ ਲਿਖਿਆ ਪਿਆ ਮੋਗੇ ਦੀ ਸਫਾਈ ਰੱਖੋ ਫਲਾਨਾ। ਇਹ ਚੀਜ਼ਾਂ ਉਹਦੇ ਉੱਤੇ ਲਿਖਣ ਦੀ ਕੀ ਲੋੜ ਸੀ, ਉਹ ਇਸ ਕੰਮ ਲਈ ਨਹੀਂ ਸੀ ਬਣਾਏ ਗਏ। ਸੋ ਇਹ ਨੀਤੀ ਨਹੀਂ ਇਹਨਾਂ ਦੀ, ਇਹਨਾਂ ਨੂੰ ਪਤਾ ਹੀ ਨਹੀਂ ਕੰਮ ਕਿਹੜਾ ਕਿਵੇਂ ਕਰਨਾ। ਹਾਂ, ਇਹਨਾਂ ਨੂੰ ਤਾਂ ਇੱਕੋ ਹੀ ਪਤਾ ਵੀ ਨਜਾਇਜ਼ ਕਬਜ਼ੇ ਕਿਵੇਂ ਕਰਨੇ ਆ। ਉਹ ਤੁਸੀਂ ਪਿਛਲੇ ਦਿਨਾਂ 'ਚ ਦੇਖ ਲਿਆ ਕਿ ਕਾਰਪੋਰੇਸ਼ਨ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਖਰੀਦੋ ਫਰੋਖਤ ਕਰਕੇ ਕਬਜ਼ਾ ਕੀਤਾ। ਔਰ ਮੈਂ ਇਹ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹੂੰਗਾ ਕਿ ਤੁਹਾਡੇ ਕੁਝ MLA ਜਿਹੜੇ
ਆਪਰੇਸ਼ਨ ਲੋਟਸ ਦੀ ਗੱਲ ਕਰਦੇ ਸੀ ਕਿ ਸਾਨੂੰ ਪੈਸੇ ਦਿੱਤੇ, ਤੁਸੀਂ ਪਰਚਾ ਦਰਜ ਕਰਾਇਆ ਸੀ, ਉਹਦੇ 'ਤੇ ਕਾਰਵਾਈ ਕਰਾਓ। ਜਿਨ੍ਹਾਂ ਨੇ ਉਹਦੇ 'ਚ ਪੈਸੇ ਦਿੱਤੇ ਆ, ਖਰੀਦੋ ਫਰੋਖਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ 'ਤੇ ਜ਼ਰੂਰ ਬਣਦੀ ਕਾਰਵਾਈ ਕਰੋ। ਔਰ ਨਾਲ ਦੀ ਨਾਲ ਮੋਗੇ ਕਾਰਪੋਰੇਸ਼ਨ 'ਤੇ ਧਿਆਨ ਦਿਓ। ਇੱਥੇ ਦਿਨ ਦਿਹਾੜੇ ਜਿਹਨੇ ਖਰੀਦੇ ਆ ਉਹ ਵੀ ਸ਼ਰੇਆਮ ਕਹਿ ਰਿਹਾ ਕਿ ਮੈਂ ਇੰਨੇ ਪੈਸੇ ਦਿੱਤੇ ਆ, ਜਿਹੜੇ ਵਿਕੇ ਆ ਉਹ ਵੀ ਸ਼ਰੇਆਮ ਕਹਿ ਰਹੇ ਆ ਕਿ ਅਸੀਂ ਇੰਨੇ ਪੈਸੇ ਲਏ ਆ। ਔਰ ਉਸ ਵੱਡੀ ਧਾਂਦਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਕਾਰਪੋਰੇਸ਼ਨ ਦੇ ਕੌਂਸਲਰਸ ਨੇ ਉਹਨਾਂ ਨੂੰ ਅਗਵਾ ਕਰਕੇ ਕਿਤੇ ਰੱਖਿਆ ਗਿਆ ਅਤੇ ਐਨ ਮੌਕੇ 'ਤੇ ਬੱਸ 'ਚ ਲਿਆਂਦਾ ਗਿਆ ਅਤੇ ਫਿਰ ਕਾਰਪੋਰੇਸ਼ਨ ਦੇ ਬਾਹਰ ਖੜ੍ਹ ਕੇ ਤੁਹਾਡੇ ਬੰਦਿਆਂ ਦੇ ਜਿੰਦਾਬਾਦ ਦੇ ਨਾਅਰੇ ਲਾਏ ਗਏ, ਇਹ ਗੱਲ ਸਾਬਤ ਕਰਦੀ ਹੈ ਕਿ ਉਹ ਕਾਰਵਾਈ ਕਿਹਨੇ ਕਰਵਾਈ ਸੀ ਜਿਨ੍ਹਾਂ ਦੇ ਨਾਂ 'ਤੇ ਨਾਅਰੇ ਲੱਗੇ। ਸੋ ਮੈਂ ਜਿੱਥੇ ਸਰਕਾਰਾਂ ਇਸ ਤਰੀਕੇ ਨਾਲ ਖਰੀਦੋ ਫਰੋਖਤ, ਧੱਕੇ ਅਤੇ ਇਸ ਤਰ੍ਹਾਂ ਦੇ ਪਾਸੇ ਨੂੰ ਰੁੱਝੇ ਹੋਏ ਹੋਣ, ਉੱਥੇ ਤੁਸੀਂ ਵਿਕਾਸ ਦੀ ਕੋਈ ਉਪੇਖਿਆ ਕਰ ਹੀ ਨਹੀਂ ਸਕਦੇ। ਇਹਨਾਂ ਦਾ ਮਕਸਦ ਕਾਬਜ਼ ਹੋਣਾ ਅਤੇ ਕਬਜ਼ੇ ਕਰਨਾ ਆ। ਇਹਨਾਂ ਨੂੰ ਕੋਈ ਨਹੀਂ ਕਿ ਕਿੱਥੇ ਕੀ ਟੁੱਟਿਆ ਪਿਆ, ਕਿੱਥੇ ਕੀ ਬਣਾਉਣ ਵਾਲਾ। ਜੇ ਤੁਹਾਡੀ ਨੀਅਤ ਹੁੰਦੀ ਅਤੇ ਨੀਤੀ ਹੁੰਦੀ ਅਤੇ ਤੁਸੀਂ ਉਹਨਾਂ ਕੰਮਾਂ ਨੂੰ ਤਰਜੀਹ ਦਿੰਦੇ ਜਿੱਥੇ ਪਹਿਲਾਂ ਕੰਮ ਕਰਨ ਵਾਲੇ ਆ, ਨਾ ਕਿ ਇਸ ਕੰਮ ਨੂੰ ਕਿ ਕਿਸ ਤਰੀਕੇ ਨਾਲ ਉਹ ਮੇਅਰ ਨੂੰ ਲਾਉਣਾ ਆ, ਕਿਸ ਤਰੀਕੇ ਨਾਲ ਕੌਂਸਲਰਾਂ ਦੀ ਖਰੀਦੋ ਫਰੋਖਤ ਜਾਂ ਧਮਕੀਆਂ ਦੇ ਕੇ ਅਤੇ ਉਹਨਾਂ ਨੂੰ ਅਗਵਾ ਕਰਕੇ ਕਿਸ ਤਰੀਕੇ ਨਾਲ ਅਸੀਂ ਇਹ ਬਦਲਾਅ ਆ ਰਿਹਾ ਹੈ। ਤੁਸੀਂ ਉਹ ਵਿਚਾਰੇ ਇੱਕ ਸਾਫ ਸੁਥਰੇ ਹੋ ਕੇ ਉਹਨਾਂ ਦੇ ਉੱਪਰ ਬੜੇ ਤਗੜੇ ਐਕਸ਼ਨ ਆ ਰਹੇ, ਉਹਨਾਂ ਦੀ ਬਦਲੀ ਕੀਤੀ ਜਾ ਰਹੀ ਹੈ, ਹੋਰ ਇਲਾਵਾ ਉਹਨਾਂ 'ਤੇ ਬਹੁਤ ਬਲੇਮ ਲੱਗ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਮੁਲਾਜ਼ਮ ਦੀ ਬਦਲੀ ਸੁਭਾਵਿਕ ਹੁੰਦੀ ਹੈ, ਇਹਦੇ 'ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਵੀ ਆਪਾਂ ਨੌਕਰੀ ਲੈਂਦੇ ਹਾਂ ਤਾਂ ਉਹ ਸਾਡੀ ਜੱਦੀ ਜਾਇਦਾਦ ਨਹੀਂ ਬਣ ਜਾਂਦੀ ਵੀ ਆਪਾਂ ਇੱਕ ਥਾਂ 'ਤੇ ਬੈਠੇ ਅਤੇ ਉੱਥੋਂ ਹੀ ਰਿਟਾਇਰ ਹੋਣਾ। ਪਰ ਉਹ ਬਦਲੀ ਕਿਹਨਾਂ ਹਾਲਾਤਾਂ 'ਚ ਅਤੇ ਕਿਉਂ ਕੀਤੀ ਗਈ ਹੈ, ਇਹ ਜ਼ਰੂਰ ਦੇਖਣ ਵਾਲੀ ਗੱਲ ਹੈ। ਕਿਸੇ ਬੰਦੇ ਦੇ ਕੋਈ ਕੰਮ ਦੇ ਵਿੱਚ ਕਮੀ ਪੇਸ਼ੀ ਆ, ਕੋਈ ਬੰਦਾ ਆਪਣੇ ਕੰਮ 'ਚ ਕੁਤਾਹੀ ਕਰ ਰਿਹਾ, ਕੋਈ ਬੰਦਾ ਡਿਸਿਪਲਿਨ ਜਿਹੜਾ ਆ ਉਹਨੂੰ ਭੰਗ ਕਰ ਰਿਹਾ, ਤਾਂ ਉਹਦੀ ਬਦਲੀ ਪ੍ਰਸ਼ਾਸਨਿਕ ਤੌਰ 'ਤੇ ਵੀ ਕੀਤੀ ਜਾ ਸਕਦੀ। ਅਤੇ ਦੂਜਾ ਤਰੀਕਾ ਇਹੀ ਹੁੰਦਾ ਕਿ ਕਿਸੇ ਦੀ ਕੋਈ ਤੁਹਾਡੀ ਟਨਿਓਰ ਮਿੱਥੀ ਆ ਵੀ ਇਹਨੇ 3 ਸਾਲ 7 ਸਾਲ ਉਹਦੇ ਤੋਂ ਬਾਅਦ ਹੋਣੀ ਹੈ ਬਦਲੀ, ਤਾਂ ਉਹ ਵੀ ਇੱਕ ਰੀਜ਼ਨ ਹੁੰਦਾ। ਪਰ ਜੇ ਜਿਵੇਂ ਲੂੰਬਾ ਸਾਹਿਬ ਦੱਸ ਰਹੇ ਕਿ ਮੇਰੀ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ, ਮੈਂ ਸਮਝਦਾ ਕਿ ਜੇ ਵਾਕਿਆ ਹੀ ਉਹਦੇ 'ਚ ਕੋਈ ਬਦਲੇ ਦੀ ਭਾਵਨਾ ਜਾਂ ਕੋਈ ਇੱਦਾਂ ਦੀ, ਤਾਂ ਉਹ ਨਹੀਂ ਹੋਣੀ ਚਾਹੀਦੀ। ਜੇ ਕੋਈ ਮੁਲਾਜ਼ਮ ਅੱਛਾ ਕੰਮ ਕਰ ਰਿਹਾ ਤਾਂ ਉਹਨੂੰ ਕੰਮ ਦੇ ਆਧਾਰ 'ਤੇ ਉਹਨੂੰ ਸ਼ਾਬਾਸ਼ ਦੇਣੀ ਬਣਦੀ ਹੈ, ਰੈਦਰ ਦੈਨ ਕਿ ਉਹਨੂੰ ਤੁਸੀਂ ਨਿੱਜੀ ਕੇੜ ਕੱਢਣ ਵਾਸਤੇ ਕਿਤੇ ਪਾਸੇ ਆਸੇ ਕਰੋ। ਤਾਂ ਉਹਦੇ ਵਿੱਚ ਰੀਜ਼ਨ ਕੀ ਹੈਗਾ ਬਦਲੀ ਦਾ, ਉਹਨੂੰ ਦੇਖ ਕੇ ਉਹਦੇ 'ਤੇ ਫੈਸਲਾ ਕੀਤਾ ਜਾਣਾ ਚਾਹੀਦਾ। ਦੇਖੋ, ਪਹਿਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ ਤਿਆਰੀ ਹੈ ਨਹੀਂ ਆਪਦਾ ਬੰਦਾ ਲਾਉਣ ਦੀ, ਅਤੇ ਫਿਰ ਪਹਿਲੇ ਚੱਲਦੇ ਉਹਨੂੰ ਲਾਉਣ ਦੀ ਲੋੜ ਨਹੀਂ ਸੀ। ਜਿੱਥੇ ਪੀਨਾ ਜੀ ਦਾ ਮੇਅਰ ਦੀ ਕੁਰਸੀ 'ਤੇ ਬਹਿਣਾ, ਉਹਨਾਂ ਨੂੰ ਵਧਾਈ ਵੀ। ਔਰ ਇਹ ਜਦੋਂ ਮੇਅਰ ਨਾ ਹੋਵੇ ਤਾਂ ਜਿਹੜਾ ਸੀਨੀਅਰ ਡਿਪਟੀ ਮੇਅਰ ਉਹਦਾ ਅਧਿਕਾਰ ਹੀ ਬਣਦਾ ਕਿ ਉਹ ਉਨੀ ਦੇਰ ਤੱਕ ਕੰਮ ਚਲਾਉਣ। ਔਰ ਮੈਂ ਆਸ ਕਰਦਾ ਕਿ ਪ੍ਰਵੀਨ ਪੀਨਾ ਜੀ ਜਿੰਨੀ ਦੇਰ ਵੀ ਇਸ ਕੁਰਸੀ 'ਤੇ ਰਹਿਣਗੇ ਮੋਗੇ ਦਾ ਭਲਾ ਕਰਨਗੇ। ਔਰ ਜਿਹੜੇ ਕੋਈ ਇਹ ਕਹਿੰਦੇ ਸੀਗੇ ਕਿ ਮੇਅਰ ਸਾਡੇ ਕੰਮ ਚੱਲਣ ਨਹੀਂ ਦਿੰਦੀ, ਹੁਣ ਇਹਨਾਂ ਦਾ ਆਪਣਾ ਮੇਅਰ ਬਣ ਗਿਆ, ਉਹਦੇ ਤੋਂ ਕੰਮ ਕਰਵਾਉਣ। ਜਿਹੜੀਆਂ ਤੁਸੀਂ ਗੱਲਾਂ ਕਹੀਆਂ ਉਹ ਸਾਰੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ, ਜਿਹੜੀਆਂ ਬੰਦ ਪਈਆਂ ਲਾਈਟਾਂ, ਜਿਹੜੇ ਤੁਸੀਂ ਹੋਰ ਕੰਮ ਪਹਿਲਾਂ ਗਿਣਾਏ ਸੀ, ਉਹ ਸਾਰੇ ਕੰਮ ਹੁਣ ਕਾਰਪੋਰੇਸ਼ਨ ਆਪਣੇ ਨਿੱਜੀ ਤੌਰ 'ਤੇ ਪੀਨਾ ਜੀ ਕਰਾਉਣ। ਇਹਨਾਂ ਦੀ ਸਰਕਾਰ ਆ, ਇਹ ਸਾਰੇ ਰਲ ਕੇ ਕਰਾਉਣ। ਮੈਂ ਤਾਂ ਚਾਹੂੰਗਾ ਕਿ ਮੋਗਾ ਜਿਹੜਾ ਵਿਕਾਸ ਜਿਸ ਰਫਤਾਰ ਨਾਲ ਚੱਲ ਰਿਹਾ ਸੀ ਉਹਦੇ ਤੋਂ ਹੋਰ ਅੱਗੇ ਚੱਲੇ। ਬੇਸ਼ੱਕ ਨੈਸ਼ਨਲ ਹਾਈਵੇ ਆ, ਉਹਦੇ 'ਤੇ ਵੀ ਆਪਣੇ ਜਿਹੜੇ ਪੁਰਾਣਾ ਇਹਨਾਂ ਦੇ ਕੰਟਰੈਕਟਰ ਸੀਗੇ ਉਹ ਨਹੀਂ ਸਾਥ ਦੇ ਰਹੇ ਸੀ ਜਾਂ ਛੱਡ ਗਏ ਸੀ। ਅਤੇ ਮੇਰੇ ਵੇਲੇ ਅਸੀਂ ਕੋਸ਼ਿਸ਼ ਕਰਕੇ ਸੈਂਟਰ ਸਰਕਾਰ ਤੋਂ 13.5 ਕਰੋੜ ਰੁਪਈਆ ਲਿਆ ਕੇ ਜਿਹੜੀਆਂ ਸਰਵਿਸ ਲੇਨਾਂ ਵੀ ਬਣਵਾਈਆਂ ਸੀ, ਜਿਹੜੇ ਰਹਿੰਦੇ ਫਲਾਈਓਵਰ ਆ ਉਹ ਵੀ ਕੰਪਲੀਟ ਕਰਾਏ ਸੀ। ਔਰ ਅਸੀਂ ਉਸ ਵੇਲੇ
ਅਗਲੀ ਮੰਗ ਰੱਖੀ ਵੀ ਸੀ ਵੀ ਜਿਹੜੇ ਸਾਈਡਾਂ ਦੇ ਉੱਤੇ ਡਰੇਨ ਹੈਗੇ ਆ ਉਹਨਾਂ ਨੂੰ ਵੀ ਕੰਪਲੀਟ ਕੀਤਾ ਜਾਵੇ। ਸੋ ਉਹ ਫੰਡ ਆ ਗਏ ਆ, ਜਿਹੜੇ ਸਾਈਡਾਂ ਦੇ ਡਰੇਨ ਆ ਉਹ ਕੰਪਲੀਟ ਹੋ ਰਹੇ। ਪਰ ਇਹ ਹੁਣ ਨਿੱਜੀ ਦਿਲਚਸਪੀ ਲੈ ਕੇ ਤਾਂ ਮੌਜੂਦਾ ਸਰਕਾਰ ਵੀ ਉਹਨੂੰ ਜਿੱਥੇ ਏਡੇ ਏਡੇ ਵੱਡੇ ਟੋਏ ਆ, ਚਾਹੇ ਉਹ ਕਾਰਪੋਰੇਸ਼ਨ ਤੋਂ ਪੂਰੇ ਕਰਾਉਣ, ਪਰ ਇੱਕ ਵਾਰੀ ਲੋਕਾਂ ਦੀ ਸਹੂਲਤ ਦੇਖਦੇ ਹੋਏ ਉਹਨੂੰ ਜ਼ਰੂਰ ਠੀਕ ਕਰਨਾ ਚਾਹੀਦਾ।